ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਪੁੱਤਰਾਂ ਦੇ ਦਾਨੀ, ਦਸ਼ਮੇਸ਼ ਪਿਤਾ, ਕਲਗੀਧਰ ਬਾਜਾਂ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖਾਲਸੇ ਦੇ ਬੇਨਤੀ ਕਰਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ ਅਤੇ ਅਰਥ ਪੜ੍ਹਾਏ। ਬਾਬਾ ਦੀਪ ਸਿੰਘ ਸਾਹਿਬ ਜੀ, ਬਾਬਾ ਮਣੀ ਸਿੰਘ ਸਾਹਿਬ ਜੀ ਆਦਿਕ 48 ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਰਸਨਾ ਤੋਂ ਸਾਰੀ ਬਾਣੀ ਦੇ ਅਰਥ ਸਰਵਣ ਕੀਤੇ। 48 ਸਿੰਘ ਵਧੇਹ ਮੁਕਤ ਹੋਏ, ਬ੍ਰਹਮ ਗਿਆਨੀ ਹੋਏ ਔਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਕੀ ਕਾਂਸ਼ੀ, ਸਾਬੋ ਕੀ ਤਲਵੰਡੀ, ਤਖਤ ਸ੍ਰੀ ਦਮਦਮਾ ਸਾਹਿਬ ਜਿੱਥੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅਰਥ ਪੜ੍ਹਾਏ ਅਤੇ ਅੱਗੇ ਵਾਸਤੇ ਮਹਾਰਾਜ ਨੇ ਟਕਸਾਲ ਚਲਾਈ ਔਰ ਗਰੀਬ ਨਵਾਜ਼ ਸਾਹਿਬ ਜੀ ਨੇ ਕੁਝ ਵਿਦਿਆਰਥੀਆਂ ਨੂੰ ਨਿਯਮ ਬਖਸ਼ਿਸ਼ ਕੀਤੇ। ਜੋ ਸਿੰਘਾਂ ਵਾਸਤੇ ਮਹਾਰਾਜ ਨੇ ਨਿਯਮ ਰਖਾਏ, ਜੋ ਦਮਦਮੀ ਟਕਸਾਲ ਦੇ ਵਿੱਚ ਇਹ ਨਿਯਮ ਸਦਾ ਵਾਸਤੇ ਵਿਦਿਆਰਥੀ ਧਾਰਨ ਕਰਦੇ ਆਏ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਸੀ ਅੱਗੇ ਸਦਾ ਵਾਸਤੇ ਇਹ ਨਿਯਮ ਟਕਸਾਲ ਵਿੱਚ ਰੱਖਣੇ। ਜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਦਮਦਮੀ ਟਕਸਾਲ ਦੇ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਲੈ ਕਰਕੇ ਅੱਗੇ ਤੋਂ ਅੱਗੇ ਸੀਨਾ ਬਸੀਨਾ ਆਪ ਵੀ ਮਹਾਂਪੁਰਖ ਇਹਨਾਂ ਨਿਯਮਾਂ ਵਿੱਚ ਵਰਤੇ। ਉਹਨਾਂ ਨੇ ਆਪਣੇ ਜੀਵਨ ਵਿੱਚ ਇਹ ਨਿਯਮ ਧਾਰਨ ਕੀਤੇ ਅਤੇ ਸਿੰਘ ਵੀ ਇਹਨਾਂ ਨਿਯਮਾਂ ਦੇ ਵਿੱਚ ਚੱਲੇ। ਜਿਹੜਾ ਗੁਰਮੁਖ ਵਿਦਿਆਰਥੀ ਸਿੰਘ ਇਹਨਾਂ ਨਿਯਮਾਂ ਵਿੱਚ ਰਹਿ ਕੇ ਪਾਠ ਕਰਦਾ, ਕਥਾ ਸਿੱਖਦਾ, ਵਿੱਦਿਆ ਪੜ੍ਹਦਾ, ਉਸ ਨੂੰ ਪੂਰਨ ਬ੍ਰਹਮ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੈ ਮਾਨ, ਆਪਾ ਮਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਉਹ ਨਿਯਮ ਕਿਹੜੇ ਹਨ? ਉਹ ਨਿਯਮ ਜੋ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਪਜੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲੇ ਦੇ ਜੋ ਅਰਥਾਂ ਵਾਲੀ ਇਹ ਪਵਿੱਤਰ ਪੋਥੀ ਸਾਹਿਬ ਹੈ, ਉਹਦੇ ਵਿੱਚ ਇਹ ਨਿਯਮ 25 ਨਿਯਮ ਜਿਹੜੇ ਹਨ ਮਹਾਂਪੁਰਖਾਂ ਨੇ ਉਹ ਲਿਖੇ ਹਨ। ਅੱਜ ਆਪਾਂ ਇਹਨਾਂ ਨਿਯਮਾਂ ਦੀ ਵਿਚਾਰ ਕਰਦੇ ਹਾਂ। ਪਹਿਲਾ ਨਿਯਮ ਹੈ ਦਸਾਂ ਸਤਿਗੁਰਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇਹ ਨੂੰ ਗੁਰੂ ਨਾ ਮੰਨੇ। ਅੰਮ੍ਰਿਤ ਧਾਰੀ ਸਿੰਘ ਹੋਵੇ, ਗਾਤਰੇ ਕਿਰਪਾਨ ਧਾਰੀ, ਪੰਜਾਂ ਕਕਾਰਾਂ ਦੀ ਰਹਿਤ ਪ੍ਰੇਮ ਨਾਲ ਰੱਖਦਾ ਹੋਇਆ ਤੇ 4 ਬੱਜਰ ਕੁਰੈਤਾਂ ਤੋਂ ਬਚਿਆ ਹੋਵੇ। ਨਿਤਨੇਮ ਦੀਆਂ ਬਾਣੀਆਂ ਜ਼ਬਾਨੀ ਕੰਠ ਹੋਣ ਤੇ ਹਰ ਰੋਜ਼ ਪੜ੍ਹਨ ਦਾ ਨਿਯਮੀ ਹੋਵੇ। 5 ਗ੍ਰੰਥੀ ਆਦਿਕ ਦਾ ਪਾਠ ਕਰਦਾ ਹੋਵੇ। ਇਹ ਪਹਿਲਾ ਨਿਯਮ ਹੈ।
ਇਹ ਨਿਯਮ ਉਹਨਾਂ ਵਿਦਿਆਰਥੀਆਂ ਵਾਸਤੇ ਹਨ ਜੋ ਦਮਦਮੀ ਟਕਸਾਲ ਦੇ ਅੰਦਰ ਵਿੱਦਿਆ ਪ੍ਰਾਪਤ ਕਰਦੇ ਹਨ। 25 ਨਿਯਮ। ਇਹ ਪਹਿਲਾ ਨਿਯਮ ਹੈ ਜੋ ਬੇਨਤੀ ਕੀਤੀ ਹੈ। ਤੇ ਦੂਸਰਾ ਹੈ ਮੂਲ ਮੰਤਰ ਗੁਰ ਮੰਤਰ ਅੰਮ੍ਰਿਤ ਨਾਮ ਦਾ ਅਭਿਆਸੀ ਹੋਵੇ। ਇਹ ਦੂਸਰਾ ਨਿਯਮ ਹੈ ਵੀ ਜਿਸ ਵੇਲੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਆ ਤੇ ਉਹ ਮੂਲ ਮੰਤਰ ਵੀ ਜਪਾਉਂਦੇ ਆ ਤੇ ਗੁਰ ਮੰਤਰ ਵੀ ਜਪਾਉਂਦੇ ਆ। ਫਿਰ ਉਹ ਕਹਿੰਦੇ ਇਹਦਾ ਜਾਪ ਕਰਨਾ, ਅਭਿਆਸ ਕਰਨਾ। ਇਸ ਕਰਕੇ ਵਿਦਿਆਰਥੀ ਗੁਰ ਮੰਤਰ ਤੇ ਮੂਲ ਮੰਤਰ ਦਾ ਅਭਿਆਸੀ ਹੋਵੇ, ਵੀ ਰੋਜ਼ ਅਭਿਆਸ ਕਰਦਾ ਹੋਵੇ। ਤੀਸਰਾ ਨਿਯਮ ਹੈ ਮਨ, ਬਾਣੀ, ਸਰੀਰ ਕਰਕੇ ਨਿਮਰਤਾ ਸਹਿਤ ਹੋਵੇ, ਲੜਾਕਾ ਨਾ ਹੋਵੇ। ਵੀ ਮਨ ਵਿੱਚ ਵੀ ਨਿਮਰਤਾ ਹੋਵੇ, ਬੋਲਾਂ ਵਿੱਚ ਵੀ ਨਿਮਰਤਾ ਦੇ ਬੋਲ ਹੋਣ ਤੇ ਸਰੀਰ ਕਰਕੇ ਵੀ ਨਿਮਰਤਾ ਦੇ ਵਿੱਚ ਰਵੇ। ਇਹ ਤੀਸਰਾ ਅਸੂਲ ਹੈ ਦਮਦਮੀ ਟਕਸਾਲ ਦੇ ਵਿਦਿਆਰਥੀ ਦਾ। ਤੇ ਚੌਥਾ ਅਸੂਲ ਹੈ ਸਭ ਸੰਗਤ ਨਾਲ ਗੁਰੂ ਰੂਪ ਜਾਣ ਕੇ ਪ੍ਰੇਮ ਕਰੇ, ਰਾਗ ਦੁਐਖ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ। ਵੀ ਸਾਰੀ ਸੰਗਤ ਨੂੰ ਗੁਰੂ ਰੂਪ ਜਾਣੇ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ, ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਹੋਵੇ। ਤੇ ਰਾਗ ਦਾ ਅਰਥ ਹੈ ਮੋਹ, ਤੇ ਦੁਐਖ ਮਨੇ ਈਰਖਾ, ਵੀ ਮੋਹ ਤੇ ਈਰਖਾ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ। ਇਹ ਨਾ ਵੀ ਕਿਸੇ ਨਾਲ ਤੇ ਮੋਹ ਹੋਵੇ ਤੇ ਕਿਸੇ ਨਾਲ ਈਰਖਾ ਹੋਵੇ, ਇਸ ਤਰ੍ਹਾਂ ਨਾ ਹੋਵੇ। ਰਾਗ ਦੁਐਖ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ। ਇਹ ਚੌਥਾ ਅਸੂਲ ਹੈ। ਪੰਜਵਾਂ ਅਸੂਲ ਹੈ ਖਾਲਸਾ ਪੰਥ ਦੀ ਜਥੇਬੰਦੀ ਵਿੱਚ ਆਪਣੇ ਆਪ ਨੂੰ ਸਦਾ ਜਾਣੇ, ਪੰਥ ਤੋਂ ਉਲਟ ਕਦੇ ਨਾ ਹੋਵੇ, ਪੰਥ ਦੀ ਨਿੰਦਾ ਨਾ ਕਰੇ। ਸ਼ਸਤਰਧਾਰੀ ਸੂਰਬੀਰ ਧਰਮ ਦੀ ਰਾਖੀ ਵਾਸਤੇ ਸਮੇਂ ਸਿਰ ਸੀਸ ਕੁਰਬਾਨ ਕਰ ਦੇਵੇ, ਕਾਇਰ ਨਾ ਬਣੇ। ਇਹ ਪੰਜਵਾਂ ਅਸੂਲ ਹੈ। ਛੇਵਾਂ ਅਸੂਲ ਹੈ ਆਦ ਅਤੇ ਦਸਮ ਦੀ ਬਾਣੀ ਦਾ ਸ਼ੁੱਧ ਪਾਠ ਕਰਨ ਵਾਲਾ ਤੇ ਅਰਥ ਯਾਦ ਕਰਨ ਵਾਲਾ ਹੋਵੇ। ਆਦ ਤੋਂ ਭਾਵ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਦਸਮ ਤੋਂ ਭਾਵ ਹੈ ਦਸਵੇਂ ਪਾਤਸ਼ਾਹ ਜੀ ਦੀ ਬਾਣੀ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗੁਰੂ ਜੀ ਦੀ ਸਮੁੱਚੀ ਬਾਣੀ ਦਾ ਸ਼ੁੱਧ ਪਾਠ ਕਰਨ ਵਾਲਾ ਤੇ ਅਰਥ ਯਾਦ ਕਰਨ ਵਾਲਾ ਹੋਵੇ। ਇਹ ਛੇਵਾਂ ਨਿਯਮ ਹੈ। ਸੱਤਵਾਂ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਇੱਕੋ ਸਰੂਪ ਜਾਣ ਕੇ ਭਾਵਨਾ ਕਰੇ। ਇਹ ਸੱਤਵਾਂ ਨਿਯਮ ਹੈ ਵੀ ਇਹਦੇ ਵਿੱਚ ਕੋਈ ਫਰਕ ਨਾ ਸਮਝੇ। ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਇੱਕੋ ਸਰੂਪ ਜਾਣ ਕੇ ਭਾਵਨਾ ਕਰੇ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਵੀ ਵਿੱਚ ਵਖਰੇਵਾਂ ਨਾ ਸਮਝੇ। ਜਿਵੇਂ ਕਈਆਂ ਨੇ ਇਹ ਯਤਨ ਕਰਨ ਦਾ ਜ਼ਿਕਰ ਵੀ, ਇਹ ਯਤਨ ਵੀ ਕੀਤਾ ਵੀ ਵਿੱਚੋਂ ਭੱਟਾਂ ਦੀ ਬਾਣੀ ਪਾਸੇ ਕਰ ਦਿੱਤੀ ਜਾਵੇ, ਭਗਤਾਂ ਦੀ ਬਾਣੀ ਪਾਸੇ ਕਰ ਦਿੱਤੀ ਜਾਵੇ, ਰਾਗਮਾਲਾ ਕੱਢ ਦਿੱਤੀ ਜਾਵੇ। ਇਸ ਤਰ੍ਹਾਂ ਕਈਆਂ ਨੇ ਮਨਮੱਤਾਂ ਕੀਤੀਆਂ, ਪਰ ਉਹਨਾਂ ਨੂੰ ਖਾਲਸਾ ਪੰਥ ਨੇ ਪਾਸੇ ਕਰ ਦਿੱਤਾ। ਇਹ ਵੀ ਇੱਕ ਨਿਯਮ ਹੈ ਜੋ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਕਿ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਇੱਕੋ ਸਰੂਪ ਜਾਣ ਕੇ ਭਾਵਨਾ ਕਰੇ ਵੀ ਗੁਰੂ ਸਾਹਿਬ ਜੀ ਦੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ ਸਾਰੀ ਇੱਕ ਰੂਪ ਹੈ।
ਕਿਉਂਕਿ ਗੁਰੂ ਸਾਹਿਬ ਨੇ ਆਪ ਬਰਾਬਰ ਲਿਖਾਈ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਔਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਸ ਬਾਣੀ ਸਾਰੀ ਲਿਖਾਈ ਹੈ। ਤੇ ਇੱਕ ਸਰੂਪ ਜਾਣ ਕੇ ਭਾਵਨਾ ਕਰੇ। 8ਵਾਂ ਨਿਯਮ ਹੈ, ਦਸਾਂ ਗੁਰਾਂ ਦਾ ਪੂਰਾ ਇਤਿਹਾਸ ਜਾਣਨ ਵਾਲਾ ਹੋਵੇ। ਦਸਾਂ ਗੁਰੂ ਸਾਹਿਬਾਂ ਦਾ ਪੂਰਾ ਇਤਿਹਾਸ ਜਾਣਨ ਵਾਲਾ ਹੋਵੇ। ਦਸਾਂ ਹੀ ਗੁਰੂ ਸਾਹਿਬਾਂ ਦਾ ਇਤਿਹਾਸ ਜਾਣਦਾ। ਇਹ ਵੀ ਨਿਯਮ ਹੈ ਵੀ ਜਿੱਥੇ ਗੁਰਬਾਣੀ ਪੜ੍ਹਨੀ ਉੱਥੇ ਗੁਰੂ ਸਾਹਿਬਾਂ ਦਾ ਇਤਿਹਾਸ ਵੀ ਜਾਣਨਾ ਹੈ, ਇਤਿਹਾਸ ਵੀ ਪੜ੍ਹਨਾ ਹੈ। ਤੇ 9ਵਾਂ ਨਿਯਮ ਹੈ, ਸਾਰੀ ਦਸਮ ਦੀ ਬੀੜ ਸ੍ਰੀ ਮੁਖ ਵਾਕ ਨਿਸ਼ਚਾ ਕਰੇ ਅਤੇ ਪੜ੍ਹੇ। ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ। ਇਹ 9ਵਾਂ ਨਿਯਮ ਹੈ ਵੀ ਦਸਮ ਪਾਤਸ਼ਾਹ ਜੀ ਦੀ ਸਾਰੀ ਬਾਣੀ ਜਾਪ ਸਾਹਿਬ ਤੋਂ ਲੈ ਕੇ ਜਫਰਨਾਮੇ ਤੱਕ ਸ੍ਰੀ ਮੁਖ ਵਾਕ ਨਿਸ਼ਚਾ ਕਰੇ ਅਤੇ ਪੜ੍ਹੇ ਵੀ ਇਹ ਦਸਮ ਪਾਤਸ਼ਾਹੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਇਹ ਨਿਸ਼ਚਾ ਰੱਖੇ। ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ, ਕਿਉਂਕਿ ਇਹ ਬਾਣੀਆਂ ਵੀ ਗੁਰੂ ਸਾਹਿਬ ਨੇ ਪ੍ਰਵਾਨ ਕੀਤੀਆਂ ਹੋਈਆਂ ਬਾਣੀਆਂ ਹਨ। ਭਾਈ ਗੁਰਦਾਸ ਜੀ ਦੀ ਬਾਣੀ ਵੀ ਪ੍ਰਵਾਨ ਕੀਤੀ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਲਿਖਾਈ, ਵੱਖਰੀ ਹੈ, ਪਰ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਈ ਬਾਣੀ ਹੈ। ਭਾਈ ਨੰਦ ਲਾਲ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਹੈ ਬਾਣੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਕੀਤੀ ਹੋਈ ਹੈ ਬਾਣੀ। ਇਸ ਕਰਕੇ ਇਹ 9ਵਾਂ ਨਿਯਮ ਹੈ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘ ਦਾ ਕਿ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ। 10ਵਾਂ ਨਿਯਮ, ਹੋਰ ਮਤ ਦੇ ਪੁਸਤਕ ਜੋਗ ਤੇ ਵੇਦਾਂਤ ਆਦਿ ਦੇ ਸਿਧਾਂਤ ਦਾ ਚੰਗਾ ਜਾਣੂ ਹੋਵੇ। ਵੀ ਹੋਰ ਮਤਾਂ ਦੇ ਪੁਸਤਕ ਵੀ ਪੜ੍ਹੇ, ਜੋਗ ਤੇ ਵੇਦਾਂਤ ਆਦਿ ਦੇ ਸਿਧਾਂਤ ਨੂੰ ਵੀ ਚੰਗੀ ਤਰ੍ਹਾਂ ਜਾਣੇ, ਕਿਉਂਕਿ ਗੁਰਬਾਣੀ ਦੇ ਵਿੱਚ ਹੋਰ ਮਤਾਂ ਮਤੰਤਰਾਂ ਦਾ ਵੀ ਜ਼ਿਕਰ ਆਉਂਦਾ ਹੈ। ਉਹਨਾਂ ਨੂੰ ਪੜ੍ਹਿਆ ਹੋਵੇਗਾ ਤਾਂ ਹੀ ਉਸ ਦੀ ਵਿਆਖਿਆ ਕਰ ਸਕੇਗਾ। 11ਵਾਂ ਨਿਯਮ ਹੈ, ਇੱਕ ਪਰਮੇਸ਼ਰ ਦਾ ਦ੍ਰਿੜ ਵਿਸ਼ਵਾਸੀ ਪ੍ਰੇਮੀ ਹੋਵੇ, ਦੋਵੇਂ ਵੇਲੇ ਸਤ ਸੰਗਤ ਕਰਦਾ ਹੋਵੇ, ਯਥਾ ਸ਼ਕਤ ਲੰਗਰ ਬਸਤਰਾਂ ਆਦਿ ਦੀ ਸੇਵਾ ਕਰਨ ਦਾ ਉਦਮੀ ਹੋਵੇ। ਇਹ 11ਵਾਂ ਨਿਯਮ ਹੈ ਕਿ ਵਾਹਿਗੁਰੂ 'ਤੇ ਪੱਕਾ ਵਿਸ਼ਵਾਸ ਰੱਖੇ, ਪ੍ਰੇਮੀ ਹੋਵੇ ਵਾਹਿਗੁਰੂ ਦਾ, ਅਤੇ ਦੋਵੇਂ ਵੇਲੇ ਸਤ ਸੰਗਤ ਕਰਦਾ ਹੋਵੇ ਅਤੇ ਆਪਣੀ ਸਮਰੱਥਾ ਅਨੁਸਾਰ ਸੰਗਤ ਦੇ ਲੰਗਰ ਦੀ ਅਤੇ ਬਸਤਰਾਂ ਦੀ ਸੇਵਾ ਕਰਨ ਦਾ ਉਦਮੀ ਹੋਵੇ। 12ਵਾਂ ਨਿਯਮ ਹੈ, ਕਿਸੇ ਮਤ ਨਾਲ ਵੈਰ ਨਾ ਕਰੇ, ਸਾਰਿਆਂ ਵਿੱਚ ਪਰਮੇਸ਼ਰ ਇੱਕੋ ਜਿਹਾ ਵਿਆਪਕ ਜਾਣ ਕੇ ਹਿੱਤ ਕਰੇ। ਜ਼ੁਲਮ ਦਾ ਵੈਰੀ ਹੋਵੇ, ਆਪਣੇ ਖਾਲਸੇ ਧਰਮ ਵਿੱਚ ਪੱਕਾ ਹੋਵੇ। ਇਹ 11ਵਾਂ ਨਿਯਮ ਹੈ ਵੀ ਸੰਸਾਰ ਵਿੱਚ ਮਤ ਤਾਂ ਅਨੇਕਾਂ ਹਨ, ਕਿਸੇ ਮਤ ਮਤੰਤਰ ਨਾਲ ਵੈਰ ਨਾ ਕਰੇ, ਸਾਰਿਆਂ ਵਿੱਚ ਪਰਮੇਸ਼ਰ ਨੂੰ ਇੱਕੋ ਜਿਹਾ ਵਿਆਪਕ ਜਾਣ ਕੇ ਹਿੱਤ ਕਰੇ। ਜ਼ੁਲਮ ਦਾ ਵੈਰੀ ਹੋਵੇ, ਜ਼ੁਲਮ ਦਾ, ਕਿਸੇ ਫਿਰਕੇ ਦਾ, ਕਿਸੇ ਮਤ ਦਾ ਨਹੀਂ, ਜ਼ੁਲਮ ਦਾ ਵੈਰੀ ਹੋਵੇ, ਆਪਣੇ ਖਾਲਸੇ ਧਰਮ ਵਿੱਚ ਪੱਕਾ ਹੋਵੇ। ਇਹ 12ਵਾਂ ਨਿਯਮ ਹੈ। 13ਵਾਂ ਹੈ, ਮਨ ਵਿੱਚ ਪੂਰਨ ਗਿਆਨ, ਮੁੱਖ ਵਿੱਚ ਕੀਰਤਨ ਭਗਤੀ, ਸਰੀਰ ਕਰਕੇ ਵੈਰਾਗ ਦਾ ਵਰਤਾਰਾ, ਸਾਧ ਸੰਗਤ ਦੀ ਸੇਵਾ ਭਾਵਨਾ ਨਾਲ ਕਰੇ। ਵੀ ਮਨ ਵਿੱਚ ਗਿਆਨ ਧਾਰਨ ਕਰੇ ਅਤੇ ਮੁੱਖ ਵਿੱਚ ਕੀਰਤਨ ਭਗਤੀ, ਵੀ ਮੁੱਖ ਤੋਂ ਕੀਰਤੀ ਕਰੇ, ਗੁਰਬਾਣੀ ਪੜ੍ਹੇ, ਵਾਹਿਗੁਰੂ ਜੀ ਦੀ ਭਗਤੀ ਕੀਰਤਨ ਕਰੇ ਅਤੇ ਸਰੀਰ ਕਰਕੇ ਵੈਰਾਗ ਦਾ ਵਰਤਾਰਾ ਰੱਖੇ। 14ਵਾਂ ਨਿਯਮ ਹੈ, ਆਪਣੇ ਗੁਣਾਂ ਦੀ ਸ਼ਲਾਘਾ ਅਤੇ ਪਰਾਏ ਔਗਣ ਨਾ ਕਹੇ। ਵੀ ਆਪਣੇ ਗੁਣਾਂ ਦੀ ਸ਼ਲਾਘਾ ਨਾ ਕਰੇ ਅਤੇ ਦੂਸਰੇ ਦੇ ਔਗਣਾਂ ਦਾ ਜ਼ਿਕਰ ਨਾ ਕਰੇ।
ਆਪਣੇ ਗੁਣਾਂ ਦੀ ਸ਼ਲਾਘਾ ਤੇ ਪਰਾਏ ਔਗਣ ਨਾ ਕਹੇ। ਜੀਆਂ ਨੂੰ ਦੁੱਖ ਨਾ ਦੇਵੇ, ਕਪਟ ਤੋਂ ਰਹਿਤ ਹੋਵੇ, ਗੁਰ ਸੇਵੀ ਹੋਵੇ। 15ਵਾਂ ਹੈ ਪਰਮੇਸ਼ਰ ਦਾ ਅਨੰਨ ਭਗਤ ਹੋਵੇ। ਗੁਰਸਿੱਖੀ ਨੂੰ ਸਭ ਤੋਂ ਉੱਚੀ ਜਾਣੇ। ਦੁੱਖ ਸੁੱਖ ਵਿੱਚ ਸਮਚਿਤ ਰਹੇ। ਬਾਹਜ ਮੁੱਖਾਂ ਦੀ ਸੰਗਤ ਨਾ ਕਰੇ। ਸਭ ਗਿਆਨ ਧਿਆਨ ਨਾਲੋਂ ਨਾਮ ਨੂੰ ਵੱਡਾ ਜਾਣ ਕੇ ਸਦਾ ਜਪੇ। ਗੁਰਮਤਿ ਦੁਆਰਾ ਮੁਕਤੀ ਦਾਤਾ ਕੇਵਲ ਨਾਮ ਹੀ ਦ੍ਰਿੜ ਕਰੇ। ਇਹ 15ਵਾਂ ਨਿਯਮ ਹੈ। 16ਵਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਵੇਲੇ ਨਾਮ ਦੀ ਦ੍ਰਿੜਤਾ ਕੀਤੀ ਹੋਵੇ, ਦ੍ਰਿੜ ਲਿਵ ਲੱਗੀ ਹੋਵੇ। 17ਵਾਂ ਹੈ ਸ਼ਰਾਬ ਮਾਸ ਤੇ ਹੋਰ ਕੋਈ ਅਮਲ ਨਾ ਵਰਤਦਾ ਹੋਵੇ। ਹੱਠ ਚੁਗਲੀ ਈਰਖਾ ਪਾਰਟੀ ਬਾਜੀ ਤੋਂ ਰਹਿਤ ਹੋਵੇ। ਵੀ ਹੱਠ ਨਾ ਕਰੇ, ਚੁਗਲੀ ਨਾ ਕਰੇ, ਈਰਖਾ ਨਾ ਕਰੇ, ਪਾਰਟੀ ਬਾਜੀ ਨਾ ਕਰੇ। ਕਾਮ ਆਦਿ ਪੰਜਾਂ ਵਿਕਾਰਾਂ ਤੋਂ ਡਰਦਾ ਰਹੇ। ਇਹਦੇ ਵਿੱਚ ਜਿਹੜਾ ਹੱਠ ਆਇਆ ਨਾ, ਹੱਠ ਹੁੰਦਾ ਵਾ ਵੀ ਆਪਣੀ ਜਿੱਦ ਕਰੀ ਜਾਣੀ, ਆਪਣਾ ਹੱਠ ਨਾ ਛੱਡਣਾ, ਆਪਣੀ ਮੱਤ ਨਾ ਛੱਡਣੀ। ਵੀ ਉਹ ਹੱਠ ਹੀ ਐਸਾ ਨਾ ਹੋਵੇ। ਗੁਰਮਤ ਦੇ ਉੱਤੇ ਦ੍ਰਿੜ ਹੱਠ ਵੀ ਜਿਹੜਾ ਹੈ, ਉਹਨਾਂ ਹੱਠੀਆਂ ਨੂੰ ਵੀ ਮਾਣ ਸਨਮਾਨ ਦਿੱਤਾ ਹੈ ਵੀ ਹੱਠ ਕਰਕੇ ਇਸ਼ਨਾਨ ਕਰਨਾ, ਸੰਗਤ ਦੇ ਵਿੱਚ ਜਾਣਾ, ਨਾਮ ਜਪਣਾ। ਉਹ ਪਵਿੱਤਰ ਹੱਠ ਪ੍ਰਵਾਨ ਹੈ, ਪਰ ਖੋਟਾ ਹੱਠ ਮਨਮਤ ਵਾਲਾ ਹੱਠ ਪ੍ਰਵਾਨ ਨਹੀਂ ਹੈ। 18ਵਾਂ ਨਿਯਮ ਅੱਗੇ ਹੈ ਅਲਪ ਆਹਾਰੀ ਹੋਵੇ, ਥੋੜ੍ਹਾ ਸੌਂਦਾ ਹੋਵੇ, ਥੋੜ੍ਹਾ ਬੋਲਦਾ ਹੋਵੇ, ਨਾਮ ਰੰਗ ਵਿੱਚ ਰਤਾ ਹੋਵੇ, ਅੰਮ੍ਰਿਤ ਨਾਮ ਦਾ ਦ੍ਰਿੜ ਵਿਸ਼ਵਾਸੀ ਹੋਵੇ ਅਤੇ ਧਾਰਮਿਕ ਖਿਆਲਾਂ ਵਿੱਚ ਪੱਕਾ ਹੋਵੇ। ਇਹ 18ਵਾਂ ਹੈ। 19ਵਾਂ ਹੈ ਪ੍ਰੀਤ ਨਾਲ ਪੜ੍ਹਦਾ ਹੋਵੇ, ਕੁਤਰਕੀ ਨਾ ਹੋਵੇ, ਸਮਝਣ ਵਿੱਚ ਚਤੁਰ ਹੋਵੇ ਤੇ ਆਲਸਹੀਣ ਹੋਵੇ। ਇਹ 19ਵਾਂ ਨਿਯਮ ਹੈ। ਇਹ ਇੱਕ ਨਿਯਮ ਜਿਹੜਾ ਇਹ ਬਹੁਤ ਵਿਆਖਿਆ ਮੰਗਦਾ ਹੈ। ਆਪਾਂ ਨਿਯਮ ਜਿਵੇਂ ਲਿਖੀ ਉਸੇ ਤਰ੍ਹਾਂ ਪੜ੍ਹ ਰਹੇ ਹਾਂ, ਪਰ ਇੱਕ ਦੀ ਵਿਆਖਿਆ ਕੀਤੀ ਜਾਵੇ ਬੜਾ ਲੰਮਾ ਹੋ ਜਾਂਦਾ। ਜਿਵੇਂ 19ਵਾਂ ਨਿਯਮ ਹੈ ਪ੍ਰੀਤ ਨਾਲ ਪੜ੍ਹਦਾ ਹੋਵੇ। ਪ੍ਰੀਤ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੱਖਰ ਨੂੰ ਪੜ੍ਹਨਾ, ਸਾਰੀ ਬਾਣੀ ਦੀ ਸੰਥਿਆ ਕਰਨੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ, ਦਸਮ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ, ਭਾਈ ਗੁਰਦਾਸ ਸਾਹਿਬ ਜੀ ਦੀ ਸਾਰੀ ਬਾਣੀ, ਵਾਰਾਂ ਤੇ ਕਵਿਤ ਸਵਈਏ। ਇਹ ਇੱਕ ਭਗਤੀ ਆ, ਇਹ ਇੱਕ ਜਪ ਤਪ ਹੈ। ਤਾਂ ਪ੍ਰੀਤ ਨਾਲ ਪੜ੍ਹਦਾ ਹੋਵੇ। ਅੱਗੇ ਹੈ ਕੁਤਰਕੀ ਨਾ ਹੋਵੇ, ਵੀ ਐਵੇਂ ਤਰਕਾ ਨਾ ਕਰੀ ਜਾਵੇ ਹਰੇਕ ਸ਼ਬਦ ਦੇ ਉੱਤੇ, ਹਰੇਕ ਪੰਕਤੀ ਦੇ ਉੱਤੇ। ਸਮਝਣ ਵਿੱਚ ਚਤੁਰ ਹੋਵੇ, ਸਮਝਣ ਵਿੱਚ ਚਤੁਰ ਹੋਵੇ। ਸਮਝਣਾ ਹੋਰ ਗੱਲ ਹੁੰਦੀ ਹੈ ਤੇ ਕੁਤਰਕਾਂ ਕਰਨੀਆਂ ਹੋਰ ਗੱਲਾਂ ਹੁੰਦੀਆਂ। ਪ੍ਰੀਤ ਨਾਲ ਪੜ੍ਹਨਾ ਹੋਰ ਗੱਲ ਹੁੰਦੀ ਹੈ। ਇਸ ਕਰਕੇ ਨਿਯਮ ਹੈ ਪ੍ਰੀਤ ਨਾਲ ਪੜ੍ਹਦਾ ਹੋਵੇ, ਕੁਤਰਕੀ ਨਾ ਹੋਵੇ, ਸਮਝਣ ਵਿੱਚ ਚਤੁਰ ਹੋਵੇ ਤੇ ਆਲਸਹੀਣ ਹੋਵੇ। ਕਿਉਂਕਿ ਆਲਸੀ ਪੜ੍ਹ ਹੀ ਨਹੀਂ ਸਕਦਾ ਵਿਦਿਆ, ਆਲਸ ਛੱਡਣਾ ਪੈਂਦਾ। ਅੱਗੇ ਹੈ 20ਵਾਂ ਨਿਯਮ ਸਰੀਰ ਦੀ ਸ਼ੁੱਧੀ ਰੱਖੇ, ਵੀ ਸਰੀਰ ਨੂੰ ਸਾਫ ਸੁਥਰਾ ਰੱਖੇ। ਪਖੰਡੀ ਨਾ ਹੋਵੇ। ਸਤਿਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ ਵਿਰੁੱਧ ਦਾ ਤਿਆਗ ਕਰੇ, ਵੀ ਸਤਿਗੁਰੂ ਜੀ ਦੇ ਸਿਧਾਂਤ ਤੋਂ ਜੋ ਉਲਟ ਹੈ ਨਾ ਉਹਦਾ ਤਿਆਗ ਕਰੇ। ਬਖਤੇ ਨਾਲ ਪ੍ਰੀਤਵਾਨ ਹੋਵੇ। ਜੋ ਬਖਤਾ ਹੈ ਵੀ ਗੁਰੂ ਕੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਹੈ, ਉਪਦੇਸ਼ ਸੁਣਾਉਣ ਵਾਲਾ ਹੈ, ਉਹਦੇ ਨਾਲ ਪ੍ਰੀਤ ਕਰਨ ਵਾਲਾ ਹੋਵੇ। ਬਖਤੇ ਨਾਲ ਪ੍ਰੀਤਵਾਨ ਹੋਵੇ। ਇਕਾਂਤ ਦੇਸ਼ ਵਿੱਚ ਵਿਦਿਆ ਪਕਾਵੇ, ਵੀ ਜਿਹੜੀ ਵਿਦਿਆ ਪੜ੍ਹੀ ਹੈ, ਜੋ ਕਥਾ ਸੁਣੀ ਹੈ, ਜੋ ਅਰਥ ਸੁਣੇ ਹਨ, ਜੋ ਪਾਠ ਦੀ ਸੰਥਿਆ ਕੀਤੀ ਹੈ, ਉਹਨੂੰ ਫਿਰ ਇਕਾਂਤ ਬੈਠ ਕਰਕੇ ਪਕਾਵੇ। ਇਕਾਂਤ ਦੇਸ਼ ਵਿੱਚ ਵਿਦਿਆ ਪਕਾਵੇ। ਇਹ 20ਵਾਂ ਨਿਯਮ ਹੈ।
ਅੱਗੇ ਹੈ 21ਵਾਂ ਨਿਯਮ। ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਇਸ਼ਨਾਨ ਦਾ ਹਰ ਰੋਜ਼ ਨਿਯਮੀ ਹੋਵੇ, ਸੰਗਤ ਦੀ ਜਥੇਬੰਦੀ ਵਿੱਚ ਰਹੇ ਤੇ ਆਗਿਆਕਾਰੀ ਹੋਵੇ। ਵੀ ਜਥੇ ਸੰਗਤ ਵਿੱਚ ਆਗਿਆ ਮੰਨਣ ਵਾਲਾ ਹੋਵੇ, ਜੋ ਆਗਿਆ ਕੀਤੀ ਜਾਵੇ ਉਹਨੂੰ ਮੰਨਣ ਵਾਲਾ ਹੋਵੇ। ਆਗਿਆ ਵਿੱਚ ਰਹਿ ਕਰਕੇ ਵਿਦਿਆ ਦੀ ਪੜ੍ਹਾਈ ਕਰੇ, ਸੰਥਿਆ ਪਕਾਵੇ, ਆਗਿਆ ਵਿੱਚ ਰਹਿ ਕੇ ਸੇਵਾ ਕਰੇ, ਆਗਿਆ ਵਿੱਚ ਰਹਿ ਕਰਕੇ ਸਾਰਾ ਜਿਵੇਂ ਵੀ ਜਥੇ ਸੰਗਤ ਦਾ ਪ੍ਰਬੰਧ ਹੈ ਉਹਦੇ ਵਿੱਚ ਰਹਿਣਾ ਕਰੇ। 22ਵਾਂ ਨਿਯਮ ਹੈ ਲਾਲਚ ਤੋਂ ਰਹਿਤ, ਪੜ੍ਹਨ ਪੜ੍ਹਾਉਣ ਦੀ ਮੁਫਤ ਸੇਵਾ ਕਰੇ। ਦੇਸ਼ ਆਦਿ ਦੀ ਮੇਰ ਤੋਂ ਰਹਿਤ ਹੋ ਕੇ ਗੁਰਮਤਿ ਤੇ ਗੁਰਬਾਣੀ ਦਾ ਪ੍ਰਚਾਰ ਕਰੇ। ਲਾਲਚ ਤੋਂ ਰਹਿਤ, ਪੜ੍ਹਨ ਪੜ੍ਹਾਉਣ ਦੀ ਮੁਫਤ ਸੇਵਾ ਕਰੇ। ਪੜ੍ਹਨ ਦੀ ਵੀ ਤੇ ਪੜ੍ਹਾਉਣ ਦੀ ਵੀ। ਦੇਸ਼ ਆਦਿ ਦੀ ਮੇਰ ਤੋਂ ਰਹਿਤ ਹੋ ਕੇ ਗੁਰਮਤਿ ਤੇ ਗੁਰਬਾਣੀ ਦਾ ਪ੍ਰਚਾਰ ਕਰੇ। ਇਹ 22ਵਾਂ ਨਿਯਮ ਹੈ। 23ਵਾਂ ਹੈ ਆਪ ਜੋ ਵਿਦਿਆ ਪ੍ਰਾਪਤ ਕੀਤੀ ਹੈ ਅੱਗੇ ਸੰਗਤਾਂ ਵਿੱਚ ਪ੍ਰੇਮ ਨਾਲ ਪੜ੍ਹਾਵੇ, ਆਪਣੇ ਸਰੀਰ ਨਾਲੋਂ ਸਾਰੇ ਸਿੰਘਾਂ ਦਾ ਅਦਬ ਕਰੇ, ਪਿਆਰ ਕਰੇ ਆਦਿ। ਵੀ ਆਪ ਜੋ ਵਿਦਿਆ ਪ੍ਰਾਪਤ ਕੀਤੀ ਅੱਗੇ ਸੰਗਤ ਵਿੱਚ ਪ੍ਰੇਮ ਨਾਲ ਪੜ੍ਹਾਵੇ ਤੇ ਆਪਣੇ ਸਰੀਰ ਨਾਲੋਂ ਬਾਕੀ ਸੰਗਤ ਸਿੰਘਾਂ ਦੇ ਅਦਬ ਕਰੇ, ਪਿਆਰ ਕਰੇ ਆਦਿਕ। 24 ਨੰਬਰ ਨਿਯਮ ਹੈ ਠੱਗੀ ਨਾ ਮਾਰੇ, ਝੂਠ ਨਾ ਬੋਲੇ, ਹਰ ਹਾਲਤ ਵਿੱਚ ਪਿਆਰੀ ਸਿੱਖੀ ਨਾ ਤਿਆਗੇ, ਨਾਸਤਿਕ ਨਾ ਹੋਵੇ ਅਤੇ ਮਨ ਬਾਣੀ ਸਰੀਰ ਕਰਕੇ ਗੁਰਾਂ ਨੂੰ ਅੰਗ ਸੰਗ ਜਾਣੇ। ਹਰ ਹਾਲਤ ਵਿੱਚ ਪਿਆਰੀ ਸਿੱਖੀ ਨਾ ਤਿਆਗੇ, ਨਾਸਤਿਕ ਨਾ ਹੋਵੇ ਅਤੇ ਮਨ ਬਾਣੀ ਸਰੀਰ ਕਰਕੇ ਗੁਰਾਂ ਨੂੰ ਅੰਗ ਸੰਗ ਜਾਣੇ। ਅਖੀਰਲਾ ਨਿਯਮ ਹੈ 25ਵਾਂ ਨਿਰਅਭਿਮਾਨ ਹੋ ਕੇ ਸੱਚਾ ਪ੍ਰੇਮ ਲਾ ਕੇ ਆਪ ਨਾਮ ਜਪੇ, ਹੋਰਨਾਂ ਤੋਂ ਜਪਾਏ ਅਤੇ ਜੀਵਨ ਮੁਕਤੀ ਪਾਵੇ। ਵੀ ਹੰਕਾਰੀ ਨਾ ਹੋ ਜਾਵੇ ਵਿਦਿਆ ਪੜ੍ਹ ਕੇ, ਨਿਰਅਭਿਮਾਨ ਹੋਵੇ। ਨਿਰਅਭਿਮਾਨ, ਹੰਕਾਰ ਤੋਂ ਰਹਿਤ ਹੋ ਕੇ ਸੱਚਾ ਪ੍ਰੇਮ ਲਾ ਕੇ ਆਪ ਨਾਮ ਜਪੇ ਅਤੇ ਹੋਰਨਾਂ ਤੋਂ ਜਪਾਏ ਅਤੇ ਜੀਵਨ ਮੁਕਤੀ ਨੂੰ ਪਾਵੇ। ਇਹ ਨਿਯਮ ਦੋ ਜਹਾਨ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕਾਂਸ਼ੀ ਤਖਤ ਸ੍ਰੀ ਦਮਦਮੇ ਸਾਹਿਬ ਵਿਖੇ ਰਖਾਏ ਸਨ। ਤਿੰਨਾਂ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਭਿੰਡਰਾਂ ਵਾਲੇ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਾਰੀ ਉਮਰ ਵਰਤੇ ਅਤੇ ਵਿਦਿਆਰਥੀਆਂ ਨੂੰ ਇਹਨਾਂ ਨਿਯਮਾਂ ਵਿੱਚ ਰੱਖਿਆ। ਇਹ ਨਿਯਮ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲਿਖੇ ਹਨ ਔਰ ਉਹਨਾਂ ਨੇ ਆਪਣੇ ਤੋਂ ਵੱਡੇ ਮਹਾਂਪੁਰਖਾਂ ਦਾ ਇੱਥੇ ਜ਼ਿਕਰ ਕੀਤਾ ਹੈ ਵੀ ਇਹਨਾਂ ਨਿਯਮਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਖਾਏ ਹੋਏ ਇਹਨਾਂ ਨਿਯਮਾਂ ਦੇ ਵਿੱਚ ਵੀ ਸੱਚਖੰਡ ਵਾਸੀ ਭਿੰਡਰਾਂ ਵਾਲੇ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਰੀ ਉਮਰ ਵਰਤੇ ਅਤੇ ਵਿਦਿਆਰਥੀਆਂ ਨੂੰ ਇਹਨਾਂ ਨਿਯਮਾਂ ਵਿੱਚ ਰੱਖਿਆ। ਔਰ ਸੰਤ ਕਰਤਾਰ ਸਿੰਘ ਜੀ ਨੇ ਇੱਥੇ ਆਪਣਾ ਨਾਮ ਨਹੀਂ ਦਿੱਤਾ, ਪਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਵੀ ਇਹਨਾਂ ਨਿਯਮਾਂ ਵਿੱਚ ਹੀ ਵਰਤੇ, ਆਪ ਚੱਲੇ। ਔਰ ਉਹਨਾਂ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ, ਉਹ ਮਹਾਂਪੁਰਖ ਵੀ ਇਹਨਾਂ ਨਿਯਮਾਂ ਵਿੱਚ ਆਪ ਵਰਤੇ ਅਤੇ ਨਾਲ ਦੇ ਵਿਦਿਆਰਥੀਆਂ ਨੂੰ ਰੱਖਿਆ। ਔਰ ਅੱਜ ਵੀ ਟਕਸਾਲ ਦੇ ਵਿਦਿਆਰਥੀ ਇਹਨਾਂ ਨਿਯਮਾਂ ਦੇ ਵਿੱਚ ਚੱਲਦੇ ਹਨ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮੀ ਟਕਸਾਲ ਦੇ ਸਿੰਘਾਂ ਨੂੰ, ਵਿਦਿਆਰਥੀਆਂ ਨੂੰ, ਖਾਲਸੇ ਨੂੰ ਇਹ ਨਿਯਮ ਦਿੱਤੇ ਕਿ ਇਹਨਾਂ ਵਿੱਚ ਰਹਿ ਕਰਕੇ ਗੁਰੂ ਕੀ ਬਾਣੀ ਦੀ ਜੋ ਬ੍ਰਹਮ ਵਿਦਿਆ ਹੈ, ਇਹ ਮਹਾਨ ਵਾਹਿਗੁਰੂ ਜੀ ਦੀ ਧੁਰ ਕੀ ਬਾਣੀ ਹੈ, ਇਸ ਨੂੰ ਪੜ੍ਹਨਾ ਹੈ ਔਰ ਅੱਗੇ ਇਹ ਸੇਵਾ ਕਰਨੀ ਹੈ। ਤੋ ਸਤਿਗੁਰੂ ਜੀ ਦੇ
ਦਰਸਾਏ ਹੋਏ ਨਿਯਮਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।